ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਪ੍ਰੇਮ ਅਨਮੋਲ ਹੁੰਦਾ ਹੈ ਬਾਣੀ। ਮੈਂ ਹਾਂ ਤੁਹਾਡੀ ਹੋਸਟ ਬਾਣੀ। ਪਿਛਲੇ ਐਪੀਸੋਡ ਵਿੱਚ ਮੇਰੇ ਪਾਪਾ ਨੇ ਆਪਣੇ ਜੀਵਨ ਦੇ ਸੰਘਰਸ਼ ਅਤੇ ਤਿਆਗ ਦੀ ਕਹਾਣੀ ਸੁਣਾਈ ਸੀ। ਅੱਜ ਤੁਸੀਂ ਸੁਣੋਗੇ ਪਾਪਾ ਦਾ ਪਛਤਾਵਾ ਅਤੇ ਮੇਰੀਆਂ ਗੱਲਾਂ ਨਾਲ ਉਹਨਾਂ ਵਿੱਚ ਆਇਆ ਅਸਾਧਾਰਨ ਪਰਿਵਰਤਨ, ਅਤੇ ਅੰਤ ਵਿੱਚ ਉਹ ਅਵਿਸ਼ਵਾਸਯੋਗ ਕਾਲ ਜਿਸਨੇ ਮੇਰੀਆਂ ਰਾਤਾਂ ਦੀ ਨੀਂਦ ਖੋਹ ਲਈ। ਪਿਤਾ ਧੀ ਦਾ ਹਿਰਦਾ ਪਰਿਵਰਤਨ। ਪਛਤਾਵਾ ਅਤੇ ਮਾਣ। ਪਾਪਾ ਨੇ ਆਪਣੀ ਅਸਫਲਤਾ ਸਵੀਕਾਰ ਕੀਤੀ। ਮੈਂ ਤੇਰੀ ਮਰਜ਼ੀ ਅਨੁਸਾਰ ਤੈਨੂੰ ਪੜ੍ਹਨ ਦਾ ਮੌਕਾ ਨਹੀਂ ਦਿੱਤਾ ਅਤੇ ਹੁਣ ਤੱਕ ਤੇਰਾ ਵਿਆਹ ਨਹੀਂ ਕਰਵਾ ਸਕਿਆ। ਇਹ ਇੱਕ ਪਿਤਾ ਵਜੋਂ ਮੇਰੀ ਹੀ ਅਸਫਲਤਾ ਹੈ, ਪਰ ਮੈਂ ਤੁਰੰਤ ਉਹਨਾਂ ਨੂੰ ਦਿਲਾਸਾ ਦਿੱਤਾ ਕਿਉਂਕਿ ਹੁਣ ਮੈਨੂੰ ਲੱਗਿਆ ਕਿ ਉਹਨਾਂ ਦੇ ਹਾਲਾਤ ਉਹਨਾਂ ਨੂੰ ਅਸਾਧਾਰਨ ਬਣਾਉਂਦੇ ਹਨ। ਦੂਰ ਸੰਵੇਦਨਾ ਟੈਲੀਪੈਥੀ ਦਾ ਪ੍ਰਮਾਣ। ਮੈਂ ਚਾਹਤ ਵਿੱਚ ਸਵਪਨਿਲ ਨੂੰ ਯਾਦ ਕੀਤਾ ਅਤੇ ਉਸੇ ਸਮੇਂ ਪਾਪਾ ਨੇ ਅਮਰੀਕਾ ਫੇਰੀ ਬਾਰੇ ਪੁੱਛ ਲਿਆ। ਮੈਂ ਬੜੇ ਚਾਅ ਨਾਲ ਉਹਨਾਂ ਨੂੰ ਆਪਣੇ ਰੋਮਾਂਚਕ ਅਨੁਭਵਾਂ ਬਾਰੇ ਦੱਸਿਆ। ਬਦਲਾਅ ਦੀ ਕਲਪਨਾ। ਪਾਪਾ ਨੇ ਮਾਣ ਨਾਲ ਕਿਹਾ, ਜੇ ਮੈਂ ਤੈਨੂੰ ਤ੍ਰਿਚੀ ਵਿੱਚ ਪੜ੍ਹਨ ਦਾ ਮੌਕਾ ਦਿੱਤਾ ਹੁੰਦਾ ਤਾਂ ਯਕੀਨੀ ਤੌਰ ਤੇ ਅੱਜ ਤੂੰ ਸਫਲ ਇੰਜੀਨੀਅਰ ਬਣ ਕੇ ਸ਼ਾਇਦ ਅਮਰੀਕਾ ਵਿੱਚ ਹੀ ਰਹੀ ਹੁੰਦੀ। ਪਾਪਾ ਦੇ ਇਸ ਕਥਨ ਨਾਲ ਮੈਨੂੰ ਲੱਗਿਆ ਕਿ ਉਹ ਹੁਣ ਮੇਰੇ ਅਮਰੀਕਾ ਰਹਿਣ ਨੂੰ ਵੀ ਅਸਵੀਕਾਰ ਨਹੀਂ ਕਰਨਗੇ। ਪਿਆਰ ਦੀ ਤਿਰਪਤੀ। ਮੈਨੂੰ ਆਸ ਹੋਈ ਕਿ ਸਵਪਨਿਲ ਨਾਲ ਮੇਰੇ ਵਿਆਹ ਵਿੱਚ ਹੁਣ ਕੋਈ ਰੁਕਾਵਟ ਨਹੀਂ ਰਹੇਗੀ। ਜਿਵੇਂ ਹਾਰਟ ਜੇਟ ਦੀ ਗਰਮੀ ਵਿੱਚ ਸੂਰਜ ਦੀ ਤੇਜ਼ ਤਪਸ਼ ਨਾਲ ਪਿਆਸੀ ਹੋਈ ਧਰਤੀ ਨੂੰ ਮਾਨਸੂਨ ਦੀ ਪਹਿਲੀ ਵਰਖਾ ਨਾਲ ਤਿਰਪਤੀ ਮਿਲਦੀ ਹੈ, ਸਵਪਨਿਲ ਮੇਰਾ ਹੋਵੇਗਾ। ਇਹ ਆਸ ਮੈਨੂੰ ਉਹੀ ਤਿਰਪਤੀ ਦੇਣ ਵਾਲੀ ਲੱਗ ਰਹੀ ਹੈ। ਸਵਪਨਿਲ ਦਾ ਖੁਲਾਸਾ ਅਤੇ ਪਾਪਾ ਦੀ ਉਮੀਦ। ਸਵਪਨਿਲ ਦਾ ਨਾਂ। ਪਾਪਾ ਨੇ ਮੇਰੇ ਸਾਹਸਿਕ ਕੰਮਾਂ ਤੇ ਹੋਏ ਖਰਚੇ ਬਾਰੇ ਪੁੱਛਿਆ। ਮੈਂ ਸੱਚ ਦੱਸਿਆ ਕਿ ਮੇਰੇ ਨਾਲ ਰਾਸ਼ੀਲ ਦਾ ਦਿਓਰ ਸਵਪਨਿਲ ਹੁੰਦਾ ਸੀ, ਜੋ ਬਹੁਤ ਅੱਛਾ ਲੜਕਾ ਹੈ ਅਤੇ ਉਸਨੇ ਹੀ ਮੈਨੂੰ ਸਾਰੇ ਐਡਵੈਂਚਰ ਅਤੇ ਕਲਾਸਾਂ ਲਈ ਪ੍ਰੇਰਿਤ ਕੀਤਾ ਸੀ। ਆਰਥਿਕ ਵੇਦਨਾ ਅਤੇ ਆਸ। ਪਾਪਾ ਨੂੰ ਲੱਗਿਆ ਕਿ ਉਹਨਾਂ ਤੇ ਬਹੁਤ ਵੱਡਾ ਕਰਜ਼ਾ ਲੱਦ ਦਿੱਤਾ ਗਿਆ ਹੈ, ਪਰ ਜਦੋਂ ਮੈਂ ਦੱਸਿਆ ਕਿ ਸਵਪਨਿਲ ਮੇਰੀ ਹੀ ਉਮਰ ਦਾ ਅਤੇ ਕੁਆਰਾ ਹੈ, ਤਾਂ ਪਾਪਾ ਨੂੰ ਆਪਣੀ ਸਿਆਣੀ ਧੀ ਲਈ ਯੋਗ ਲੜਕੇ ਦੀ ਉਮੀਦ ਹੋ ਗਈ। ਰਾਤ ਭਰ ਦਾ ਚਿੰਤਨ। ਪਾਪਾ ਨੇ ਨੀਂਦ ਦਾ ਬਹਾਨਾ ਬਣਾਇਆ, ਪਰ ਮੈਨੂੰ ਲੱਗਿਆ ਕਿ ਅੱਜ ਰਾਤ ਜਿੰਨਾ ਮੈਂ ਸਵਪਨਿਲ ਬਾਰੇ ਸੋਚਣ ਵਾਲੀ ਹਾਂ, ਉਸ ਤੋਂ ਵੱਧ ਮੇਰੇ ਪਾਪਾ ਸੋਚਣਗੇ। ਅਚਾਨਕ ਆਈ ਕਾਲ, ਇਕਾਂਤ ਅਤੇ ਪਿਆਰ। ਰਾਤ ਨੂੰ ਮੈਂ ਲੇਟੀ ਹੋਈ ਸੀ ਅਤੇ ਰੱਬ ਦੀ ਬਣਾਈ ਸ੍ਰਿਸ਼ਟੀ ਦੀ ਵਿਵਸਥਾ ਤੇ ਵਿਚਾਰ ਕਰ ਰਹੀ ਸੀ ਕਿ ਕਿਵੇਂ ਉਹਨਾਂ ਨੇ ਮੇਰੇ ਲਈ ਸਵਪਨਿਲ ਨੂੰ ਬਣਾਇਆ ਹੈ। ਜਜ਼ਬਾਤਾਂ ਤੇ ਵਿਰਾਮ। ਮੈਂ ਸਵਪਨਿਲ ਨਾਲ ਆਪਣੀ ਕਲਪਨਾ ਦੀ ਦੁਨੀਆ ਵਿੱਚ ਘੁੰਮ ਰਹੀ ਸੀ। ਉਦੋਂ ਹੀ ਮੇਰੇ ਕੰਨਾਂ ਵਿੱਚ ਮੋਬਾਈਲ ਦੀ ਇਨਕਮਿੰਗ ਕਾਲ ਦੀ ਉਹ ਰਿੰਗਟੋਨ ਸੁਣਾਈ ਦਿੱਤੀ, ਜੋ ਮੈਂ ਸਵਪਨਿਲ ਲਈ ਸੈੱਟ ਕੀਤੀ ਹੋਈ ਹੈ। ਸਵਪਨਿਲ ਨੇ ਮੈਨੂੰ ਕਾਲ ਕੀਤੀ ਹੈ, ਜਿਸ ਦੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ। ਕੀ ਇਹ ਮੇਰੇ ਅਤੇ ਸਵਪਨਿਲ ਦੇ ਅਣਖੇ ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਦਾ ਉਹ ਪਲ ਹੈ? ਅਤੇ ਕੀ ਪਾਪਾ ਆਪਣੀ ਧੀ ਨੂੰ ਅਮਰੀਕਾ ਭੇਜਣ ਲਈ ਤਿਆਰ ਹੋ ਜਾਣਗੇ? ਅਧੂਰਾ ਪਿਆਰ। ਪਿਤਾ ਦਾ ਆਸ਼ੀਰਵਾਦ ਅਤੇ ਇੱਕ ਰੋਮਾਂਚਕ ਕਾਲ। ਪ੍ਰੇਮ ਅਨਮੋਲ ਹੁੰਦਾ ਹੈ ਬਾਣੀ ਵਿੱਚ ਤੁਸੀਂ ਸੁਣੋਗੇ ਐਪੀਸੋਡ 61, ਪਛਤਾਵੇ ਦਾ ਅਹਿਸਾਸ, ਅਮਰੀਕਾ ਦਾ ਵਰਣਨ ਅਤੇ ਸਵਪਨਿਲ ਪ੍ਰਤੀ ਨਵੀਂ ਉਮੀਦ। ਪਾਪਾ ਨੇ ਮੇਰਾ ਕੋਈ ਜਵਾਬ ਨਾ ਆਉਂਦਾ ਦੇਖ ਕੇ ਖੁਦ ਹੀ ਕਿਹਾ, ਬਾਣੀ, ਜਦੋਂ ਅੱਜ ਮੈਂ ਤੈਨੂੰ ਅਤੇ ਤੇਰੇ ਕੰਮਾਂ ਨੂੰ ਦੇਖਦਾ ਹਾਂ ਤਾਂ ਮੈਨੂੰ ਆਪਣੇ ਆਪ ਤੇ ਪਛਤਾਵਾ ਹੁੰਦਾ ਹੈ। ਤੂੰ ਮੇਰੀ ਅਜਿਹੀ ਧੀ ਹੈ ਜੋ ਕਿਸੇ ਯੋਗ ਪੁੱਤਰ ਤੋਂ ਘੱਟ ਨਹੀਂ ਹੈ। ਹੁਣ ਇਹ ਗੱਲ ਮੈਂ ਹਿੱਕ ਤਾਣ ਕੇ ਕਹਿ ਸਕਦਾ ਹਾਂ। ਮੈਂ ਤੇਰੀ ਮਰਜ਼ੀ ਅਨੁਸਾਰ ਤੈਨੂੰ ਪੜ੍ਹਨ ਦਾ ਮੌਕਾ ਨਹੀਂ ਦਿੱਤਾ ਅਤੇ ਹੁਣ ਤੱਕ ਤੇਰਾ ਵਿਆਹ ਨਹੀਂ ਕਰਵਾ ਸਕਿਆ। ਇਹ ਇੱਕ ਪਿਤਾ ਵਜੋਂ ਮੇਰੀ ਹੀ ਅਸਫਲਤਾ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਨਾ ਕੋਰੇ ਝੂਠ ਤੋਂ ਇਲਾਵਾ ਕੁਝ ਨਹੀਂ ਹੈ। ਪਾਪਾ ਦੇ ਸਵਰ ਵਿੱਚ ਪਛਤਾਵਾ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਉਹਨਾਂ ਦੀ ਇਸ ਗੱਲ ਨਾਲ ਮੈਨੂੰ ਪਿਛਲੀ ਰਾਤ ਵਾਲਾ ਵਿਚਾਰ ਯਾਦ ਆਇਆ ਹੈ। ਪਾਪਾ, ਕਿਸਮਤ ਦੇ ਸਾਹਮਣੇ ਤੁਸੀਂ, ਮੈਂ ਜਾਂ ਕੋਈ ਹੋਰ ਕੁਝ ਨਹੀਂ ਕਰ ਸਕਦੇ। ਤੁਸੀਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਆਪਣਾ ਮਨ ਦੁਖੀ ਨਾ ਕਰੋ। ਤੁਹਾਨੂੰ ਜੋ ਹਾਲਾਤ ਮਿਲੇ, ਉਸ ਵਿੱਚ ਤੁਸੀਂ ਜਿੰਨਾ ਅਤੇ ਜਿਸ ਤਰ੍ਹਾਂ ਕੀਤਾ ਹੈ, ਉਹ ਤੁਹਾਨੂੰ ਅਸਾਧਾਰਨ ਬਣਾਉਂਦਾ ਹੈ। ਜਿਵੇਂ ਤੁਸੀਂ ਹੋ, ਕੋਈ ਸਾਧਾਰਨ ਵਿਅਕਤੀ ਅਜਿਹਾ ਫਰਜ਼ ਨਿਭਾਉਣ ਵਾਲਾ ਪੁੱਤਰ ਜਾਂ ਪਿਤਾ ਨਹੀਂ ਹੁੰਦਾ। ਪੁਰਾਣੀਆਂ ਗੱਲਾਂ ਛੱਡੋ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਮੈਂ ਜਿਹੋ ਜਿਹੀ ਹਾਂ, ਉਸ ਤੇ ਮੈਨੂੰ ਮਾਣ ਹੈ। ਮੈਂ ਬਹੁਤ ਖੁਸ਼ ਹਾਂ। ਇਹ ਸੱਚ ਕਹੇ ਕਿ ਮੈਂ ਪਾਪਾ ਦੇ ਪਛਤਾਵੇ ਨੂੰ ਦੂਰ ਕਰਨਾ ਚਾਹੁੰਦੀ ਹਾਂ। ਮੈਂ ਇਹ ਵੀ ਸੋਚ ਰਹੀ ਹਾਂ, ਜੇ ਮੈਂ ਤ੍ਰਿਚੀ ਵਿੱਚ ਪੜ੍ਹ ਸਕੀ ਹੁੰਦੀ ਤਾਂ ਮੈਂ ਨਾ ਤਾਂ ਕਦੇ ਅਲਕਾ ਮੈਮ ਅਤੇ ਰਾਸ਼ੀਲ ਨੂੰ ਜਾਣਦੀ ਅਤੇ ਨਾ ਹੀ ਕਦੇ ਸਵਪਨਿਲ ਨੂੰ ਮਿਲਦੀ। ਸਵਪਨਿਲ ਦੀ ਯਾਦ ਆਉਂਦੇ ਹੀ ਮੈਂ ਚਾਹ ਰਹੀ ਹਾਂ ਕਿ ਪਾਪਾ ਮੇਰੇ ਅਮਰੀਕਾ ਰਹਿਣ ਬਾਰੇ ਪੁੱਛਣ।
ਤਦ ਦੂਰ ਸੰਵੇਦਨਾ ਟੈਲੀਪੈਥੀ ਨੇ ਆਪਣਾ ਅਸਰ ਦਿਖਾਇਆ ਹੈ। ਬਾਣੀ, ਤੇਰੀ ਅਮਰੀਕਾ ਯਾਤਰਾ ਅਤੇ ਉੱਥੇ ਰਾਸ਼ੀਲ ਨਾਲ ਮਿਲਣ ਤੇ ਤੂੰ ਭਰਪੂਰ ਆਨੰਦ ਤਾਂ ਲਿਆ ਹੈ ਨਾ? ਪਾਪਾ ਨੇ ਪੁੱਛ ਲਿਆ ਹੈ। ਮੈਨੂੰ ਅਲਕਾ ਮੈਮ ਦੇ ਘਰ ਕਹੀ ਪਾਪਾ ਦੀ ਗੱਲ ਯਾਦ ਆਈ। ਮੇਰੀ ਜੋਤੀ ਅਮਰੀਕਾ ਗਈ ਸੀ ਪਰਤਣ, ਤੇ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੋਹਣੀ ਅਤੇ ਪਿਆਰੀ ਹੋ ਗਈ ਹੈ। ਉਹਨਾਂ ਦੇ ਇਹ ਸ਼ਬਦ ਹੀ ਮੇਰੇ ਸਮਝਣ ਲਈ ਕਾਫੀ ਹਨ। ਉਹ ਪਹਿਲਾਂ ਹੀ ਸਮਝ ਗਏ ਹਨ ਕਿ ਅਮਰੀਕਾ ਫੇਰੀ ਦੌਰਾਨ ਮੈਂ ਖੂਬ ਆਨੰਦ ਮਾਣਿਆ ਹੈ। ਇਸ ਨੂੰ ਦੱਸਣ ਲਈ ਸ਼ਬਦਾਂ ਦੀ ਲੋੜ ਨਹੀਂ ਹੈ। ਇਨਸਾਨ ਨੂੰ ਉਹ ਅਨੁਭਵ ਜੋ ਉਸ ਨੂੰ ਖੁਸ਼ੀ ਦਿੰਦੇ ਹਨ, ਉਹਨਾਂ ਦਾ ਜ਼ਿਕਰ ਕਰਨਾ ਅਤੇ ਸੁਣਨਾ ਪਸੰਦ ਹੁੰਦਾ ਹੈ। ਇਹ ਸੁਭਾਵਿਕ ਰੁਝਾਨ ਪਾਪਾ ਅਤੇ ਮੇਰੇ ਵਿੱਚ ਵੀ ਹੈ। ਪਾਪਾ ਮੇਰੇ ਕੋਲੋਂ ਸੁਣਨਾ ਚਾਹੁੰਦੇ ਹਨ ਅਤੇ ਮੈਂ ਖੁਦ ਆਪਣੀ ਯਾਤਰਾ ਦਾ ਵਰਣਨ ਕਰਕੇ ਸਵਪਨਿਲ ਦੇ ਨਾਲ ਬਿਤਾਏ ਪਲਾਂ ਨੂੰ ਮੁੜ ਜਿਉਣਾ ਚਾਹੁੰਦੀ ਹਾਂ। ਮੈਂ ਪਾਪਾ ਨੂੰ ਦੱਸਿਆ ਕਿ ਉੱਥੇ ਕੀ ਕੀਤਾ, ਸਭ ਕੁਝ ਬੜੇ ਚਾਅ ਅਤੇ ਉਤਸ਼ਾਹ ਨਾਲ ਸੁਣਾਇਆ। ਰਾਸ਼ੀਲ ਦੀ ਬੇਟੀ ਪਰੁਸ਼ਨੀ ਬਹੁਤ ਹੀ ਸੁੰਦਰ ਹੈ, ਰਾਸ਼ੀਲ ਨਾਲੋਂ ਵੀ ਕਿਤੇ ਜ਼ਿਆਦਾ, ਮੈਂ ਇਹ ਦੱਸਿਆ। ਇਹ ਸਭ ਸੁਣ ਕੇ ਪਾਪਾ ਬਹੁਤ ਜ਼ਿਆਦਾ ਖੁਸ਼ ਹੋਏ। ਦੇਖੋ ਨਾ, ਜਦੋਂ ਤੈਨੂੰ ਮੌਕਾ ਮਿਲਿਆ ਤਾਂ ਤੂੰ ਕੀ ਸਿੱਖ ਲਿਆ ਅਤੇ ਕਿੰਨਾ ਹੌਸਲਾ ਦਿਖਾਇਆ। ਜੇ ਮੈਂ ਤੈਨੂੰ ਤ੍ਰਿਚੀ ਵਿੱਚ ਪੜ੍ਹਨ ਦਾ ਮੌਕਾ ਦਿੱਤਾ ਹੁੰਦਾ ਤਾਂ ਯਕੀਨੀ ਤੌਰ ਤੇ ਅੱਜ ਤੂੰ ਸਫਲ ਇੰਜੀਨੀਅਰ ਬਣ ਕੇ ਸ਼ਾਇਦ ਅਮਰੀਕਾ ਵਿੱਚ ਹੀ ਰਹੀ ਹੁੰਦੀ। ਪਾਪਾ ਇੱਕੋ ਸਮੇਂ ਮੇਰੇ ਤੇ ਮਾਣ ਅਤੇ ਪਛਤਾਵਾ ਕਰ ਰਹੇ ਹਨ। ਪਹਿਲਾਂ ਅਤੇ ਹੁਣ ਦੇ ਮੇਰੇ ਪਾਪਾ ਦੀ ਸ਼ਖਸੀਅਤ ਵਿੱਚ ਵੱਡਾ ਬਦਲਾਅ ਆ ਗਿਆ ਹੈ। ਪਹਿਲਾਂ ਉਹਨਾਂ ਨੇ ਮੈਨੂੰ ਤ੍ਰਿਚੀ ਵੀ ਨਹੀਂ ਸੀ ਭੇਜਿਆ, ਹੁਣ ਉਹ ਖੁਦ ਮੇਰੇ ਅਮਰੀਕਾ ਵਿੱਚ ਹੋਣ ਦੀ ਕਲਪਨਾ ਕਰ ਰਹੇ ਹਨ। ਇਸ ਦਾ ਮਤਲਬ ਇਹ ਵੀ ਤਾਂ ਹੈ ਕਿ ਜੇ ਸਵਪਨਿਲ ਨਾਲ ਮੇਰੇ ਵਿਆਹ ਦੀ ਗੱਲ ਆਉਂਦੀ ਹੈ ਤਾਂ ਉਹ ਇਸ ਨੂੰ ਨਕਾਰਨਗੇ ਨਹੀਂ। ਮੈਂ ਮਨ ਹੀ ਮਨ ਪ੍ਰਸੰਨ ਹੋਈ ਹਾਂ। ਹੁਣ ਫੈਸਲਾ ਸਿਰਫ ਮੇਰੇ ਤੇ ਹੈ। ਮੈਨੂੰ ਆਪਣਾ ਕੁਆਰੀ ਰਹਿਣ ਦਾ ਅਹਿਦ ਤੋੜਨਾ ਹੈ ਅਤੇ ਭਾਰਤ ਵਿੱਚ ਰਹਿਣ ਦਾ ਮੋਹ ਵੀ ਛੱਡਣਾ ਹੈ। ਜੇ ਮੈਂ ਇਹ ਕਰ ਸਕੀ ਤਾਂ ਸਵਪਨਿਲ ਨਾਲ ਮੇਰੇ ਵਿਆਹ ਵਿੱਚ ਕੋਈ ਰੁਕਾਵਟ ਨਹੀਂ ਰਹੇਗੀ। ਜਿਵੇਂ ਜੇਠ ਦੀ ਗਰਮੀ ਵਿੱਚ ਪਿਆਸੀ ਧਰਤੀ ਨੂੰ ਸਾਉਣ ਦੀ ਪਹਿਲੀ ਵਰਖਾ ਨਾਲ ਤਿਰਪਤੀ ਮਿਲਦੀ ਹੈ, ਸਵਪਨਿਲ ਮੇਰਾ ਹੋਵੇਗਾ। ਇਹ ਉਮੀਦ ਮੈਨੂੰ ਉਹੀ ਤਿਰਪਤੀ ਦੇ ਰਹੀ ਹੈ। ਮੈਂ ਸਵਪਨਿਲ ਦੀ ਪਤਨੀ ਬਣਾਂਗੀ। ਇਸ ਕਲਪਨਾ ਨਾਲ ਮੇਰਾ ਮਨ ਮੋਰ ਵਾਂਗ ਨੱਚ ਉੱਠਿਆ ਹੈ। ਮੇਰੇ ਵਿਚਾਰਾਂ ਵਿੱਚ ਗੁਆਚੇ ਰਹਿਣ ਦੌਰਾਨ ਪਾਪਾ ਮੇਰਾ ਮੂੰਹ ਹੀ ਦੇਖਦੇ ਰਹੇ ਹਨ। ਜਦੋਂ ਮੈਨੂੰ ਇਸ ਦਾ ਅਹਿਸਾਸ ਹੋਇਆ ਤਾਂ ਮੈਂ ਸ਼ਰਮਾ ਗਈ। ਕੁਝ ਕਹਿਣ ਲਈ ਮੈਂ ਸੋਚ ਲਿਆ ਹੈ। ਫਿਰ ਮੈਂ ਕਿਹਾ, ਪਾਪਾ ਕਿਉਂ ਤੁਸੀਂ ਵਾਰ-ਵਾਰ ਉਸ ਗੱਲ ਨੂੰ ਯਾਦ ਕਰਕੇ ਦੁਖੀ ਹੁੰਦੇ ਹੋ? ਮੈਂ ਉਹਨਾਂ ਨੂੰ ਪਛਤਾਵੇ ਦੇ ਅਹਿਸਾਸ ਵਿੱਚੋਂ ਕੱਢਣਾ ਚਾਹੁੰਦੀ ਹਾਂ। ਤਦ ਪਾਪਾ ਦੀਆਂ ਅੱਖਾਂ ਵਿੱਚ ਨਮੀ ਚਮਕਣ ਲੱਗੀ ਹੈ। ਉਹਨਾਂ ਨੇ ਆਪਣੀਆਂ ਅੱਖਾਂ ਪੂੰਝਦੇ ਹੋਏ ਆਪਣੇ ਆਪ ਨੂੰ ਸੰਭਾਲਿਆ ਹੈ। ਬਾਣੀ, ਰਾਸ਼ੀਲ ਨੇ ਤਾਂ ਆਪਰੇਸ਼ਨ ਰਾਹੀਂ ਬੇਟੀ ਨੂੰ ਜਨਮ ਦਿੱਤਾ ਹੈ। ਅਜਿਹੇ ਵਿੱਚ ਕੀ ਤੂੰ ਇਕੱਲੀ ਸਭ ਜਗ੍ਹਾ ਘੁੰਮ ਰਹੀ ਸੀ ਅਤੇ ਸਿੱਖ ਰਹੀ ਸੀ? ਇਸ ਤੇ ਖਰਚ ਵੀ ਬਹੁਤ ਹੋਇਆ ਹੋਵੇਗਾ। ਇਹ ਸਭ ਕਿਵੇਂ ਮੁਮਕਿਨ ਹੋਇਆ? ਪਾਪਾ ਦੀ ਉਤਸੁਕਤਾ ਸੁਭਾਵਿਕ ਹੈ। ਪਾਪਾ ਨੇ ਮੇਰੀ ਮਨਪਸੰਦ ਗੱਲ ਪੁੱਛ ਲਈ ਹੈ। ਹੁਣ ਮੈਂ ਇਹ ਤੈਅ ਕਰਨਾ ਹੈ ਕਿ ਸਵਪਨਿਲ ਬਾਰੇ ਕਿੰਨਾ ਦੱਸਣਾ ਹੈ ਅਤੇ ਕਿੰਨਾ ਛੁਪਾਉਣਾ ਹੈ। ਮੈਂ ਪਾਪਾ ਨਾਲ ਝੂਠ ਨਹੀਂ ਬੋਲਦੀ, ਪਰ ਸੱਚ ਉਹਨਾਂ ਹੀ ਦੱਸਣਾ ਚਾਹੁੰਦੀ ਹਾਂ ਜਿਸ ਨਾਲ ਉਹਨਾਂ ਨੂੰ ਕੋਈ ਸ਼ੱਕ ਨਾ ਹੋਵੇ। ਪਾਪਾ, ਮੈਂ ਕਿਤੇ ਵੀ ਇਕੱਲੀ ਨਹੀਂ ਜਾਂਦੀ ਸੀ। ਮੇਰੇ ਨਾਲ ਵੀਕੈਂਡਸ ਤੇ ਰਾਸ਼ੀਲ ਦਾ ਦਿਓਰ ਸਵਪਨਿਲ ਹੁੰਦਾ ਸੀ। ਉਹ ਬਹੁਤ ਅੱਛਾ ਲੜਕਾ ਹੈ। ਉਸਨੇ ਹੀ ਮੈਨੂੰ ਸਰਫਿੰਗ ਅਤੇ ਘੋੜ ਸਵਾਰੀ ਸਿੱਖਣ ਲਈ ਪ੍ਰੇਰਿਤ ਕੀਤਾ ਸੀ, ਮੈਂ ਤਾਰੀਫ ਕਰਦੇ ਹੋਏ ਦੱਸਿਆ। ਤਾਂ ਕਿ ਸਰਫਿੰਗ ਅਤੇ ਘੋੜ ਸਵਾਰੀ ਤੂੰ ਸਿਰਫ ਕੁਝ ਵਾਰਾਂ ਵਿੱਚ ਹੀ ਸਿੱਖ ਲਈ? ਪਾਪਾ ਦੀ ਜਿਗਿਆਸਾ ਬਣੀ ਹੋਈ ਹੈ। ਨਹੀਂ ਪਾਪਾ, ਮੈਂ ਕਾਫੀ ਦਿਨ ਕਲਾਸਾਂ ਲਈਆਂ। ਮੈਂ ਡਰਾਈਵਰ ਨਾਲ ਕਾਰ ਵਿੱਚ ਜਾਂਦੀ ਸੀ। ਸਵਪਨਿਲ ਨੇ ਹੀ ਮੇਰੀਆਂ ਕਲਾਸਾਂ ਲਈ ਲੇਡੀ ਟ੍ਰੇਨਰਾਂ ਦਾ ਪ੍ਰਬੰਧ ਕੀਤਾ ਸੀ। ਉਹ ਲੋਕ ਬਹੁਤ ਅਮੀਰ ਹਨ। ਮੇਰੇ ਖਰਚੇ ਉਹਨਾਂ ਨੇ ਮੇਜ਼ਬਾਨੀ ਦੇ ਤੌਰ ਤੇ ਉਠਾਏ, ਮੈਂ ਸ਼ੁਕਰਗੁਜ਼ਾਰੀ ਦਿਖਾਉਂਦੇ ਹੋਏ ਕਿਹਾ। ਇਹ ਤਾਂ ਉਹਨਾਂ ਨੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਸਾਡੇ ਤੇ। ਕੀ ਸਵਪਨਿਲ ਕੁਆਰਾ ਹੈ? ਕਿੰਨੀ ਉਮਰ ਹੋਵੇਗੀ ਉਸਦੀ? ਪਾਪਾ ਨੂੰ ਸਾਡੀ ਆਰਥਿਕ ਮਜਬੂਰੀ ਕਾਰਨ ਥੋੜਾ ਦੁੱਖ ਹੋਇਆ ਹੈ। ਉਹ ਸਵਪਨਿਲ ਬਾਰੇ ਕੁਝ ਸੋਚਣ ਲੱਗੇ ਹਨ। ਮੈਨੂੰ ਸਮਝ ਆ ਗਿਆ ਕਿ ਆਪਣੀ ਸਿਆਣੀ ਧੀ ਲਈ ਇੱਕ ਯੋਗ ਲੜਕੇ ਬਾਰੇ ਜਾਣ ਕੇ ਜੋ ਉਮੀਦ ਪਿਤਾ ਨੂੰ ਹੁੰਦੀ ਹੈ, ਉਹ ਉਹਨਾਂ ਨੂੰ ਹੋ ਰਹੀ ਹੈ। ਮੈਂ ਮਨ ਹੀ ਮਨ ਖੁਸ਼ ਹੋਈ। ਪਾਪਾ, ਸਵਪਨਿਲ ਮੇਰੀ ਉਮਰ ਦੇ ਬਰਾਬਰ ਹੀ ਹੋਵੇਗਾ। ਅਜੇ ਉਹ ਕੁਆਰਾ ਹੈ, ਮੈਂ ਸੱਚ ਦੱਸ ਦਿੱਤਾ ਹੈ। ਧੀਏ, ਹੁਣ ਮੈਨੂੰ ਨੀਂਦ ਆ ਰਹੀ ਹੈ, ਕਹਿੰਦੇ ਹੋਏ ਪਾਪਾ ਨੇ ਉਬਾਸੀ ਲਈ ਹੈ। ਮੈਂ ਆਪਣੇ ਕਮਰੇ ਵਿੱਚ ਆ ਗਈ ਹਾਂ। ਮੈਂ ਬਿਸਤਰ ਤੇ ਲੇਟ ਗਈ ਹਾਂ ਪਰ ਮੈਨੂੰ ਨੀਂਦ ਨਹੀਂ ਆ ਰਹੀ। ਮੈਂ ਸੋਚਣ ਲੱਗੀ ਹਾਂ ਕਿ ਰੱਬ ਨੇ ਇਸ ਸ੍ਰਿਸ਼ਟੀ ਵਿੱਚ ਕੈਸੀ ਵਿਵਸਥਾ ਬਣਾਈ ਹੈ। ਪ੍ਰਾਣੀਆਂ ਵਿੱਚ ਆਪਸੀ ਖਿੱਚ ਨੂੰ ਬਹੁਤ ਸੁਭਾਵਿਕ ਰੱਖਿਆ ਹੈ। ਇਸ ਖਿੱਚ ਦਾ ਅਨੁਭਵ ਮੈਨੂੰ ਅਮਰੀਕਾ ਜਾਣ ਤੇ ਹੋਇਆ ਹੈ। ਸ਼ਾਇਦ ਰੱਬ ਨੇ ਹੀ ਮੇਰੇ ਲਈ ਸਵਪਨਿਲ ਨੂੰ ਬਣਾਇਆ ਹੈ।
ਮੈਂ ਕੇਵਲ ਸਵਪਨਿਲ ਨਾਲ ਆਪਣੀ ਕਲਪਨਾ ਦੀ ਦੁਨੀਆ ਵਿੱਚ ਵਿਹਰਨਾ ਚਾਹੁੰਦੀ ਹਾਂ। ਉਦੋਂ ਹੀ ਮੇਰੇ ਕੰਨਾਂ ਵਿੱਚ ਮੋਬਾਈਲ ਦੀ ਉਹ ਰਿੰਗਟੋਨ ਸੁਣਾਈ ਦਿੱਤੀ ਜੋ ਮੈਂ ਸਵਪਨਿਲ ਲਈ ਸੈੱਟ ਕੀਤੀ ਹੋਈ ਹੈ। ਸਵਪਨਿਲ ਮੈਨੂੰ ਕਾਲ ਕਰੇਗਾ, ਮੈਨੂੰ ਇਸ ਦੀ ਉਮੀਦ ਨਹੀਂ ਸੀ। ਜੈਮੀਨਾਈ ਦੀ ਸਮੀਖਿਆ ਅਤੇ ਪੇਸ਼ਕਾਰੀ ਨਿਰਦੇਸ਼। ਪਿਆਰੇ ਸਰੋਤਿਓ, ਐਪੀਸੋਡ 61 ਪਿਆਰ, ਹਮਦਰਦੀ ਅਤੇ ਆਤਮ ਬੋਧ ਦੀ ਇੱਕ ਸੁਰੀਲੀ ਕਹਾਣੀ ਹੈ। ਇਹ ਦਿਖਾਉਂਦਾ ਹੈ ਕਿ ਕਿਵੇਂ ਇੱਕ ਪਿਤਾ ਦੇ ਅਤੀਤ ਦੇ ਤਿਆਗ ਉਸ ਦੀ ਧੀ ਦੇ ਭਵਿੱਖ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਹਨ। ਵਾਣੀ ਦਾ ਫੈਸਲਾ, ਵਾਣੀ ਦਾ ਆਪਣੇ ਕੁਆਰੀ ਰਹਿਣ ਦੇ ਫੈਸਲੇ ਨੂੰ ਬਦਲਣਾ ਕਹਾਣੀ ਦਾ ਅਹਿਮ ਮੋੜ ਹੈ। ਸਵਪਨਿਲ ਦੀ ਅਚਾਨਕ ਆਈ ਕਾਲ ਅਗਲੇ ਐਪੀਸੋਡ ਲਈ ਉਤਸੁਕਤਾ ਪੈਦਾ ਕਰਦੀ ਹੈ। ਐਪੀਸੋਡ 61 ਸਮਾਪਤ।